ਤਾਂ ਇਹਨੂੰ ਇੱਥੇ ਹੀ ਝਿੜਕ ਦਿਓ, ਸਾਡੇ ਕੋਲ ਨਾ ਭੇਜੋ, ਲਾਂਭਾ ਨਾ ਹੋਵੇ ਸਾਡੇ ਕੋਲ। ਤੇ ਅੱਜ ਕੱਲ੍ਹ ਜਦੋਂ ਉਹੀ ਮਾਪੇ ਜਿਹੜੇ ਨੇ ਉਹ ਬੱਚੇ ਨੂੰ ਸਕੂਲ ਦਾਖਲ ਕਰਾਉਣ ਜਾਂਦੇ ਨੇ ਤਾਂ ਕਹਿੰਦੇ ਜੀ ਜੇ ਕੋਈ ਗਲਤੀ ਕਰੇ ਤਾਂ ਸਾਨੂੰ ਦੱਸ ਦਿਓ ਜੀ, ਇਹਨੂੰ ਕੁਛ ਨਾ ਕਿਉਂ, ਇਹ ਥੋੜ੍ਹਾ ਜਿਹਾ ਜਿੱਦੀ ਹੈ, ਇਹ ਥੋੜ੍ਹਾ ਜਿਹਾ ਮਤਲਬ ਲਾਡਲਾ ਰੱਖਿਆ ਹੋਇਆ। ਸੋ ਫਿਰ ਉਹ ਟੀਚਰ ਦਾ ਜਿਹੜਾ ਪੜ੍ਹਾਉਣ ਦਾ ਤਰੀਕਾ ਬਦਲ ਜਾਂਦਾ ਜੀ। ਕਿਉਂਕਿ ਜਦੋਂ ਅਸੀਂ ਵੀ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਆਪਾਂ, ਸਾਨੂੰ ਸਾਡੇ ਟੀਚਰਾਂ ਤੋਂ ਡਰ ਹੁੰਦਾ ਸੀ ਕਿ ਟੀਚਰ ਸਾਨੂੰ ਜੇ ਆਹ ਕੰਮ ਨਾ ਕੀਤਾ ਜਾਂ ਹੋਮਵਰਕ ਨਾ ਕੀਤਾ ਜਾਂ ਕੋਈ ਹੋਰ ਸ਼ਰਾਰਤ ਕੀਤੀ ਤਾਂ ਸਾਨੂੰ ਇੱਥੇ ਸਜ਼ਾ ਮਿਲਦੀ। ਹੁਣ ਟੀਚਰ ਦੇ ਮੂਹਰੇ ਜਿਹੜੇ ਵਿਦਿਆਰਥੀ ਬੋਲਣ ਲੱਗ ਗਏ ਕਿਉਂਕਿ ਉਹਨਾਂ ਨੂੰ ਮਾਪਿਆਂ ਵੱਲੋਂ ਸ਼ਹਿ ਮਿਲੀ ਹੋਈ ਹੈ। ਸੋ ਮੈਨੂੰ ਨਹੀਂ ਲੱਗਦਾ ਕੋਈ ਵੀ ਧਰਮ, ਮੈਂ ਕਿਸੇ ਖਾਸ ਫਿਰਕੇ ਦੀ ਗੱਲ ਨਹੀਂ ਕਰਦਾ, ਇੰਨਾ ਕਮਜ਼ੋਰ ਹੈ ਕਿ ਉਹ ਕਿਸੇ ਇੱਕ ਗੀਤ ਦੀ ਲਾਈਨ ਨਾਲ ਜਾਂ ਕਿਸੇ ਵੱਲੋਂ ਕੋਈ ਆਪੱਤੀਜਨਕ ਭੱਦੀ ਸ਼ਬਦਾਵਲੀ ਦਾ ਮੈਂ ਪਹਿਲੇ ਦਿਨੋਂ ਹੀ ਮੈਂ ਖੁਦ ਵੀ ਖੰਡਨ ਕਰਦਾ ਰਿਹਾ, ਵਿਰੋਧ ਕਰਦੇ ਨੇ ਆਪਦੀ ਕਾਮੇਡੀ ਰਹੀ। ਮੈਂ ਕਦੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਿਹਦੇ ਨਾਲ ਕਿਸੇ ਦੀ ਭਾਵਨਾ ਨੂੰ ਹਰਟ ਹੁੰਦਾ ਹੋਵੇ ਜਾਂ ਫਿਰ ਕੋਈ ਪਰਿਵਾਰ 'ਚ ਬਹਿ ਕੇ ਨਾ ਸੁਣ ਸਕੇ ਕੋਈ ਇਹੋ ਜਿਹੀ ਡਬਲ ਮੀਨਿੰਗ ਜਾਂ ਵਲਗਰ ਗੱਲ ਮੈਂ ਕਦੇ ਕਾਮੇਡੀ 'ਚ ਆਪਣੀ ਯੂਜ਼ ਨਹੀਂ ਕੀਤੀ। ਸਾਫ਼ ਸੁਥਰੀ ਕਾਮੇਡੀ ਮੈਂ ਜਿੰਨਾ ਚਿਰ ਭਗਵਾਨ ਜੀ ਸਾਡੇ ਨਾਲ ਜੁੜੇ ਰਹੋ। ਇਹੀ ਗੱਲ ਆਪਾਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਆ। ਬੇਸਿਕ ਗੱਲ ਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹੀ ਹੈ। ਸਾਡੇ ਰੱਬੀ ਸ਼ੇਰ ਵੀ ਜੁੜੇ ਹੋਏ ਨੇ। ਭਗਵਾਨ ਜੀ ਮੈਂ ਤੁਹਾਡੇ ਕੋਲੇ ਜੀ ਭਗਵਾਨ ਜੀ ਮੈਂ ਇੱਕ ਲਾਸਟ ਗੱਲ ਕਹਿਣੀ ਹੈ ਮੈਂ ਕਿ ਦੇਖੋ ਪਿਛਲੇ ਦਿਨੀ ਇੱਕ ਫਿਲਮ ਆਈ, ਮੈਂ 2 ਫਿਲਮਾਂ ਦਾ ਜ਼ਿਕਰ ਕਰੂੰਗਾ। ਇੱਕ ਤਾਂ 4 ਸਾਹਿਬਜ਼ਾਦੇ, ਉਹ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਐਨੀਮੇਟਡ ਤਰੀਕੇ ਨਾਲ ਉਹਨਾਂ ਨੇ ਬਹੁਤ ਵਧੀਆ ਲੋਕ ਆਉਣ ਵਾਲੀ ਪੀੜ੍ਹੀ ਨੂੰ ਸਾਨੂੰ ਜਾਂ ਯੰਗ ਜਨਰੇਸ਼ਨ ਨੂੰ ਦੱਸਿਆ ਕਿ ਕਿਵੇਂ ਸਾਡੇ ਜਿਹੜੇ ਸ਼ਹੀਦ ਨੇ, ਯੋਧੇ ਨੇ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ। ਇੱਕ ਜੇ ਤੁਸੀਂ ਫਿਲਮ ਕਹੋਗੇ ਓ ਮਾਈ ਗॉड, ਉਹਦੇ ਵਿੱਚ ਪ੍ਰੇਸ਼ ਰਾਵਲ, ਅਕਸ਼ੇ ਕੁਮਾਰ ਹੋਰੀ ਉਹ ਰੱਬ ਤੇ ਕੇਸ ਕਰ ਦਿੰਦਾ ਤੇ ਕਿਸ ਤਰ੍ਹਾਂ ਮਤਲਬ ਸਾਰਾ ਜਿਹੜਾ ਤਾਣਾ ਬਾਣਾ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ। ਸੋ ਫਿਲਮਾਂ ਜਿਹੜੀਆਂ ਨੇ, ਗੀਤ ਜਿਹੜੇ ਨੇ ਸਮਾਜ ਦਾ ਸ਼ੀਸ਼ਾ ਨੇ। ਜੇ ਸ਼ੀਸ਼ਾ ਝੂਠ ਬੋਲੂਗਾ ਫਿਰ ਸਮਾਜ ਦਾ ਚਿਹਰਾ ਜਿਹੜਾ ਹੈ, ਅਸਲੀ ਚਿਹਰਾ, ਉਹ ਸਾਹਮਣੇ ਨਹੀਂ ਆ ਸਕਦਾ। ਬਿਲਕੁਲ ਭਗਵਾਨ ਜੀ ਸਾਡੇ ਨਾਲ ਜੁੜੇ ਰਹੋ, ਆਪਾਂ ਗੱਲਬਾਤ ਜਾਰੀ ਰੱਖਾਂਗੇ। ਬਹੁਤ ਇੰਪੋਰਟੈਂਟ ਗੱਲਾਂ ਤੁਸੀਂ ਕਹਿ ਰਹੇ ਹੋ ਔਰ ਬੜਾ ਜ਼ਰੂਰੀ ਹੈ। ਸਵਾਲ ਇਹ ਹੈਗਾ ਕਿ ਇਹ ਬਿਲਕੁਲ ਆ, ਅਗਰ ਕਿਸੇ ਨੂੰ ਗਾਣਾ ਪਸੰਦ ਨਹੀਂ ਹੈ, ਅਗਰ ਕਿਸੇ ਨੂੰ ਕੋਈ ਗੱਲ ਠੀਕ ਨਹੀਂ ਲੱਗਦੀ, ਉਹਨੂੰ ਰੱਦ ਕੀਤਾ ਜਾ ਸਕਦਾ ਹੈ। ਉਹਨੂੰ ਰੱਦ ਕਰ ਦਿਓ, ਤੁਸੀਂ ਉਹਨੂੰ ਨਾ ਸੁਣੋ, ਨਾ ਦੇਖੋ। ਪਰ ਇਹ ਬਿਲਕੁਲ ਨਹੀਂ ਹੈ ਕਿ ਕੋਈ ਕਹੇਗਾ ਕਿ ਨਹੀਂ ਜੀ ਜੇ ਗਾਣੇ 'ਚ ਗੁਰਦੁਆਰੇ ਦੀ ਗੱਲ ਹੋਗੀ, ਜੇ ਮੰਦਿਰ ਦੀ ਹੋਗੀ, ਜੇ ਮਸਜਿਦ ਦੀ ਹੋਗੀ, ਜੇ ਚਰਚ ਦੀ ਹੋਗੀ, ਜਾਂ ਚਿੰਨ੍ਹਾਂ ਦੀ ਹੋਗੀ, ਜਾਂ ਗਊ ਦੀ ਹੋਗੀ, ਸੂਰ ਦੀ ਹੋਗੀ, ਕਿਸੇ ਵੀ ਚੀਜ਼ ਦੀ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜਾਂ ਫਿਰ ਕਨਸਟੀਟਿਊਸ਼ਨ ਨੂੰ ਕਹਿ ਦਿਓ ਕਿ ਇਸ ਦੇਸ਼ ਕੋਈ ਕਨਸਟੀਟਿਊਸ਼ਨ ਨਹੀਂ ਹੈ। ਜੇ ਕਨਸਟੀਟਿਊਸ਼ਨ ਹੈ ਤਾਂ ਫਿਰ ਕਨਸਟੀਟਿਊਸ਼ਨ ਨੂੰ ਮੰਨੋ। ਸਾਡੇ ਨਾਲ ਵੀਰ ਸਿੰਘ ਖੁਦ ਜੁੜ ਚੁੱਕੇ ਨੇ। ਵੀਰ ਸਿੰਘ ਨੇ ਗਾਣਾ ਲਿਖਿਆ। ਵੀਰ ਸਿੰਘ ਪੰਜਾਬੀ ਦੇ ਬਿਹਤਰੀਨ ਰਾਈਟਰ ਨੇ। ਉਹਨਾਂ ਦੇ ਤੁਸੀਂ ਗਾਣੇ ਕਦੇ ਸੁਣ ਕੇ ਦੇਖੋ। ਜਿਹੜੀ ਵਾਰ-ਵਾਰ ਅਸੀਂ ਸਾਰੇ ਚਰਚਾ ਕਰਦੇ ਹਾਂ ਕਿ ਗਾਇਕੀ ਵਧੀਆ ਹੋਣੀ ਚਾਹੀਦੀ ਹੈ, ਗਾਇਕੀ ਵਧੀਆ ਹੋਣੀ ਚਾਹੀਦੀ ਹੈ। ਵੀਰ ਸਿੰਘ ਉਹ ਗਾਇਕ ਨੇ। ਵੀਰ ਸਿੰਘ ਗਾਇਕ ਵੀ ਨੇ, ਫਿਲਮਾਂ ਲਈ ਵੀ ਲਿਖਦੇ ਨੇ ਔਰ ਬਾਵੇ ਦਾ ਗਾਣਾ ਜੋ ਗਾਇਆ ਉਹ ਵੀਰ ਸਿੰਘ ਨੇ ਲਿਖਿਆ। ਤੇ ਵੀਰ ਸਿੰਘ ਸਾਡੇ ਨਾਲ ਨੇ। ਰੱਬੀ ਜੀ ਤੁਸੀਂ ਸਾਡੇ ਨਾਲ ਜੁੜੇ ਰਹੋ। ਵੀਰ ਸਿੰਘ ਜੀ ਦੇ ਪਹਿਲਾਂ ਕਮੈਂਟ ਲੈਣਾ, ਮੈਂ ਤੁਹਾਡੇ ਕੋਲ ਵੀ ਆ ਗਿਆ। ਰੱਬੀ ਜੀ, ਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਔਰ ਤੁਸੀਂ ਕਿਸ ਪਰਸਪੈਕਟਿਵ ਤੋਂ ਗਾਣਾ ਲਿਖਿਆ? ਜੇ ਕਿਸੇ ਨੇ ਮਿਸਅੰਡਰਸਟੂਡ ਕੀਤਾ ਹੋਵੇ, ਤੁਸੀਂ ਇਸ ਗਾਣੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬਿਨਾਂ ਲੌਜਿਕ ਤੋਂ ਵਿਰੋਧ ਕਰ ਰਹੇ ਨੇ? ਕਿਉਂਕਿ ਅਸੀਂ ਇਹ ਮੰਨਦੇ ਹਾਂ, ਨਿਊਜ਼ 18 ਇਹ ਮੰਨਦਾ ਕਿ ਫਰੀडम ਆਫ ਐਕਸਪ੍ਰੈਸ਼ਨ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਤੇ ਫਰੀडम ਆਫ ਐਕਸਪ੍ਰੈਸ਼ਨ, ਬੋਲਣ ਦੀ, ਲਿਖਣ ਦੀ, ਕਹਿਣ ਦੀ ਆਜ਼ਾਦੀ ਬਹੁਤ ਇੰਪੋਰਟੈਂਟ ਆ ਔਰ ਸਾਡਾ ਸੰਵਿਧਾਨ ਦਿੰਦਾ ਸਾਨੂੰ। ਇਹ ਕੀ ਕਹਿਣਾ ਚਾਹੁੰਦੇ ਹੋ? ਤਾਂ ਵੀਰ ਸਿੰਘ ਤੱਕ ਸਾਡੀ ਸ਼ਾਇਦ ਆਵਾਜ਼ ਨਹੀਂ ਜਾ ਰਹੀ। ਅਸੀਂ ਰੱਬੀ ਸ਼ੇਰਗਿੱਲ ਦੇ ਨਾਲ ਗੱਲ ਕਰਦੇ ਹਾਂ। ਵੀਰ ਸਿੰਘ ਸਾਡੇ ਨਾਲ, ਵੀਰ ਸਿੰਘ ਸ਼ਾਇਦ ਸਾਡੇ ਨਾਲ ਤਕਨੀਕੀ ਤੌਰ ਤੇ ਕੋਸ਼ਿਸ਼ ਕਰ ਰਹੇ ਹਾਂ, ਦੁਬਾਰਾ ਜੁੜ ਚੁੱਕੇ ਨੇ। ਵੀਰ ਜੀ ਮੇਰੀ ਆਵਾਜ਼ ਜੇ ਤੁਹਾਡੇ ਤੱਕ ਪਹੁੰਚ ਰਹੀ ਹੈ, ਅਸੀਂ ਕਹਿ ਰਹੇ ਹਾਂ ਕਿ ਸੰਵਿਧਾਨ ਸਾਨੂੰ ਦਿੰਦਾ ਇਹ ਆਜ਼ਾਦੀ ਲਿਖਣ ਬੋਲਣ ਦੀ। ਤੁਸੀਂ ਕਲਮਕਾਰ ਹੋ, ਲਿਖਦੇ ਹੋ। ਇਸ ਗਾਣੇ ਬਾਰੇ ਉਹਨਾਂ ਲੋਕਾਂ ਨੂੰ ਜਿਹੜੇ ਬਿਨਾਂ ਲੌਜਿਕ ਤੋਂ ਵਿਰੋਧ ਕਰ ਰਹੇ ਨੇ ਔਰ ਇਸ ਗਾਣੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵੀਰ ਜੀ ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ ਵੀਰ ਜੀ ਆਪਣੀ ਗੱਲ ਰੱਖੋ। ਹੈਲੋ ਵੀਰ ਜੀ ਆਪਣੀ ਗੱਲ ਰੱਖੋ। ਤੁਸੀਂ, ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਜੀ
ਜੀ ਜੀ, ਫਿਲਾਸਫਰਸ ਤੇ ਪੋਇਟਸ ਦਾ ਜਿਹੜਾ ਰੋਲ ਸਮਾਜ ਦੇ ਵਿੱਚ ਹੈਗਾ ਉਹ ਖਤਮ ਹੋ ਜਾਂਦਾ ਜੇ ਉਹਨਾਂ ਦੀ ਫਰੀडम ਖਤਮ ਹੋ ਜਾਂਦੀ ਹੈ। ਪੋਇਟਸ ਤੇ ਫਿਲਾਸਫਰਸ ਦਾ ਕੰਮ ਹੀ ਇਹੋ ਹੁੰਦਾ ਕਿ ਉਹ ਸਮਾਜ ਦੀ ਸੱਚਾਈ ਨੂੰ ਸਾਹਮਣੇ ਲੈ ਕੇ ਆਉਣ, ਪਲੱਸ ਜੇ ਕੁਝ ਨਵੀਂ ਕੋਈ ਉਹ ਖੋਜ ਆ ਜਾਂ ਨਵੀਂ ਕੋਈ ਉਪਜ ਆ ਜਿਹਦੇ ਨਾਲ ਸਮਾਜ ਦਾ ਭਲਾ ਹੋ ਸਕਦਾ, ਉਹ ਸੋਚ ਨੂੰ ਸਾਹਮਣੇ ਲੈ ਕੇ ਆਇਆ ਜਾਵੇ। ਤੇ ਜੇ ਉਹਨਾਂ ਦੀ ਫਰੀडम ਖੋ ਲਈ ਜਾਵੇ ਤਾਂ ਉਹ ਤਾਂ ਫਿਰ ਕੁਝ ਨਵਾਂ ਉਸਾਰੂ ਤਾਂ ਕਦੀ ਆ ਹੀ ਨਹੀਂ ਸਕਦਾ। ਤਾਂ ਤੁਸੀਂ ਇਸ ਗਾਣੇ ਬਾਰੇ ਔਰ ਕੀ ਕਹਿਣਾ ਚਾਹੁੰਦੇ ਹੋਗੇ? ਤੁਸੀਂ ਆਪਣੀ ਪ੍ਰੋਪਰ ਪੂਰਨ ਖੁੱਲ ਕੇ ਗੱਲ ਰੱਖੋ ਵੀਰ ਜੀ। ਨਿਊਜ਼ 18 ਤੇ ਪਹਿਲੀ ਵਾਰ ਵੀਰ ਸਿੰਘ ਪਹਿਲੀ ਵਾਰ ਨਿਊਜ਼ 18 ਤੇ ਗੱਲ ਕਰ ਰਹੇ ਨੇ। ਵੀਰ ਜੀ ਤੁਸੀਂ ਖੁੱਲ ਕੇ ਆਪਣੀ ਗੱਲਬਾਤ ਰੱਖੋ ਜੀ। ਜੀ ਹਾਂ ਜੀ, ਖਾਸ ਕਰਕੇ ਮੈਂ ਇੱਥੇ ਗੱਲ ਇੱਕ ਕਹਿਣਾ ਚਾਹੁੰਦਾ ਹਾਂ ਕਿ ਦੇਖੋ, ਇਹਦੇ 'ਚ ਕਿਸੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਗਿਆ। ਇਹ ਸਿਰਫ ਇੱਕ ਹਿਊਮਨਸ ਦੀ ਗੱਲ ਕੀਤੀ ਆ ਮੈਂ ਕਿ ਬੰਦੇ ਵੀ ਤਾਂ ਉਸੇ ਰੱਬ ਦੇ ਬਣਾਏ ਹੋਏ ਆ ਜਿਹਦੀ ਅਸੀਂ ਪੂਜਾ ਕਰਦੇ ਹਾਂ। ਪਰ ਜੇ ਅਸੀਂ ਬੰਦਿਆਂ ਨੂੰ ਬੰਦੇ ਨਹੀਂ ਸਮਝ ਸਕਦੇ ਹੈਗੇ ਤਾਂ ਉਸ ਰੱਬ ਦੀ ਪੂਜਾ ਦਾ ਕੋਈ ਫਾਇਦਾ ਨਹੀਂ ਹੈਗਾ। ਜੇ ਸਾਡੇ ਗੁਆਂਢ ਕੋਈ ਭੁੱਖਾ ਮਰ ਜਾਂਦਾ ਆ ਤਾਂ ਸਾਡਾ ਰੱਬ ਨੂੰ ਦੁੱਧ ਚੜਾਇਆ ਕੀ ਕਹਿੰਦਾ ਆ, ਜਾਂ ਸਾਡਾ ਰੱਬ ਨੂੰ ਪੈਸੇ ਚੜਾਇਆ ਕੀ ਕਹਿੰਦਾ ਆ। ਸੋ ਮੇਰਾ ਪੁਆਇੰਟ ਇਹ ਆ ਕਿ ਜੇ ਅਸੀਂ ਆਪਸ ਦੇ ਵਿੱਚ ਇੱਕ ਹਾਰਮਨੀ ਬਣਾ ਕੇ ਚੱਲੀਏ, ਜੇ ਆਪਸ ਦੇ ਵਿੱਚ ਅਸੀਂ ਵੰਡ ਕੇ ਖਾਣਾ ਸਿੱਖ ਲਈਏ ਤੇ ਉਹਦੇ ਬਾਅਦ ਰਲ ਕੇ ਜੇ ਉਹਦੀ ਆਰਤੀ ਕਰਦੇ ਹਾਂ, ਉਹਦੀ ਪੂਜਾ ਕਰਦੇ ਹਾਂ, ਉਹਦੀ ਬੰਦਗੀ ਕਰਦੇ ਹਾਂ, ਤੇ ਉਹ ਜ਼ਿਆਦਾ ਅਸੀਂ ਪ੍ਰਫੁੱਲਤ ਹੋਵਾਂਗੇ, ਇੱਕ ਸੋਹਣੇ ਸਮਾਜ ਨੂੰ ਘੜ ਕੇ ਰੱਖਾਂਗੇ। ਅਸੀਂ ਐਸੀ ਹਾਰਮਨੀ ਆਪਣੇ ਬੱਚਿਆਂ ਨੂੰ ਦੇ ਦੇਵਾਂਗੇ ਕਿ ਉਹਦੇ ਵਿੱਚ ਗਰੋਥ ਦੀ ਗੱਲ ਜ਼ਿਆਦਾ ਹੋਊਗੀ ਤੇ ਵਿਤਕਰੇ ਦੀ ਗੱਲ ਘੱਟ ਹੋਊਗੀ। ਬਿਲਕੁਲ। ਰੱਬੀ ਸ਼ੇਰਗਿੱਲ ਸਾਡੇ ਨਾਲ ਨੇ। ਵੀਰ ਸਿੰਘ ਤੁਸੀਂ ਸਾਡੇ ਨਾਲ ਜੁੜੇ ਰਹੋ। ਭਗਵੰਤ ਮਾਨ ਵੀ ਸਾਡੇ ਨਾਲ ਨੇ। ਰੱਬੀ ਜੀ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਸਮਝ ਵੀ ਲਿਆ